ਵੈਲਕਮ ਸਟੂਡੈਂਟਸ। ਸਾਡਾ ਅਗਲਾ ਟੌਪਿਕ ਆ ਸਿੱਖਣ ਪ੍ਰਕਿਰਿਆ ਨੂੰ ਵਧਾਉਣਾ। ਸਿੱਖਣ ਪ੍ਰਕਿਰਿਆ ਜਿਹੜੀ ਕਲਾਸਰੂਮ ਵਿੱਚ ਵਧਾਉਣ ਲਈ ਅਧਿਆਪਕ ਦਾ ਕੰਮ ਬੱਚੇ ਜਾਂ ਸਿੱਖਿਆਰਥੀ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨਾ, ਮਾਰਗਦਰਸ਼ਨ ਕਰਨਾ ਤੇ ਪਾਠ ਸਮੱਗਰੀ ਦਾ ਪ੍ਰਸਤੁਤੀਕਰਨ ਕਰਨਾ। ਇਹਨਾਂ ਨਾਲ ਹੀ ਸਿੱਖਣ ਪ੍ਰਕਿਰਿਆ ਜਿਹੜੀ ਅੱਗੇ ਵੱਧ ਸਕਦੀ ਆ। ਹੁਣ ਅਸੀਂ ਟ੍ਰਾਇੰਗਲ ਦੇਖਦੇ ਹਾਂ ਜਿਹਦੇ ਵਿੱਚ ਇੱਕ ਸਿਰੇ ਤੇ ਅਧਿਆਪਕ, ਇੱਕ ਸਿਰੇ ਤੇ ਸਿੱਖਣ ਸਮੱਗਰੀ, ਫਿਰ ਸਿੱਖਿਆਰਥੀ। ਤਾਂ ਇਹ ਸਾਰੇ ਕੀ ਨੇ? ਸਿੱਖਣ ਪ੍ਰਕਿਰਿਆ ਦਾ ਭਾਗ ਨੇ। ਰੂਸੋ ਦੇ ਅਨੁਸਾਰ ਬੱਚਾ ਇੱਕ ਪੁਸਤਕ ਵਾਂਗ ਹੁੰਦਾ ਹੈ ਜਿਸ ਦਾ ਇੱਕ ਇੱਕ ਪੇਜ ਕਰਕੇ ਅਧਿਆਪਕ ਨੇ ਪੜ੍ਹਨਾ ਹੁੰਦਾ ਹੈ। ਕਲਾਸਰੂਮ ਵਿੱਚ ਸਾਰੇ ਬੱਚੇ ਅਧਿਆਪਕ ਆ ਜਿਹੜਾ ਬੱਚੇ ਦੇ ਸੁਭਾਅ ਬਾਰੇ, ਬੱਚੇ ਦੀਆਂ ਵਿਅਕਤੀਗਤ ਭਿੰਨਤਾਵਾਂ, ਸਰੀਰਕ ਸ਼ਕਤੀ ਤੇ ਯੋਗਤਾ, ਬੌਧਿਕ ਪੱਧਰ, ਘਰ ਦੇ ਵਾਤਾਵਰਨ, ਬੱਚੇ ਦੀਆਂ ਰੁਚੀਆਂ ਦਾ ਪੂਰਾ ਗਿਆਨ ਅਧਿਆਪਕ ਨੂੰ ਹੋਣਾ ਚਾਹੀਦਾ ਤਾਂ ਜੋ ਸਿੱਖਣ ਪ੍ਰਕਿਰਿਆ ਹੈ ਜਿਹੜੀ ਉਹਦੇ ਵਿੱਚ ਵਾਧਾ ਹੋ ਸਕੇ। ਕਲਾਸਰੂਮ ਸਿੱਖਣ ਪ੍ਰਕਿਰਿਆ ਨੂੰ ਵਧਾਉਣ ਲਈ ਉਸ ਨੂੰ ਹੇਠ ਲਿਖੇ ਨਿਯਮ ਵਰਤਣੇ ਚਾਹੀਦੇ ਨੇ। ਤਿਆਰੀ, ਰੈਡੀਨੈਸ, ਅਭਿਆਸ, ਐਕਸਰਸਾਈਜ਼, ਪ੍ਰਭਾਵ, ਇਫੈਕਟ। ਤਾਂ ਇਹ ਨਿਯਮਾਂ ਦੀ ਵਰਤੋਂ ਕਰਦੇ ਹੋਏ ਸਿੱਖਣ ਪ੍ਰਕਿਰਿਆ ਨੂੰ ਵਧਾਉਣਾ ਚਾਹੀਦਾ ਹੈ। ਸਿੱਖਣ ਦੇ ਸਿਧਾਂਤ: ਕਿਰਿਆਸ਼ੀਲਤਾ ਦਾ ਸਿਧਾਂਤ, ਵਿਉਂਤ ਦਾ ਸਿਧਾਂਤ, ਪ੍ਰੇਰਨਾ ਦਾ ਸਿਧਾਂਤ, ਉਪਯੋਗੀ ਵਾਤਾਵਰਨ ਦਾ ਸਿਧਾਂਤ, ਵੰਡ ਦਾ ਸਿਧਾਂਤ, ਚੋਣ ਦਾ ਸਿਧਾਂਤ, ਦੁਹਰਾਈ ਦਾ ਸਿਧਾਂਤ ਤੇ ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ। ਇਹਨਾਂ ਸਾਰੇ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ ਕਲਾਸਰੂਮ ਦੇ ਵਿੱਚ ਅਧਿਆਪਕ ਨੂੰ ਜਿਹੜੇ ਮੁਲਾਂਕਣ ਪ੍ਰਕਿਰਿਆ ਹੈ, ਸਿੱਖਣ ਪ੍ਰਕਿਰਿਆ, ਉਸ ਨੂੰ ਵਧਾਉਣਾ ਚਾਹੀਦਾ ਹੈ। ਇਸ ਵੀਡੀਓ ਦੇ ਵਿੱਚ ਅੱਗੇ ਸਿੱਖਣ ਪ੍ਰਕਿਰਿਆ ਨੂੰ ਵਧਾਉਣ ਲਈ ਜਿਹੜੀਆਂ ਸਿੱਖਣ ਪ੍ਰਣਾਲੀਆਂ ਨੇ ਅਸੀਂ ਉਹ ਕਰਾਂਗੇ। ਇਹਦੇ ਵਿੱਚ ਕਿੰਡਰਗਾਰਟਨ ਪ੍ਰਣਾਲੀ। ਕਿੰਡਰਗਾਰਟਨ ਦਾ ਮਤਲਬ ਆ ਬੱਚਿਆਂ ਦਾ ਬਾਗ। ਇਹਦਾ ਜਨਮਦਾਤਾ ਫਰੋਬਲ ਕਿੰਡਰਗਾਰਟਨ। ਇਹਨੇ ਸਿੱਖਿਆ ਸੰਬੰਧੀ ਕੀ ਵਿਚਾਰ ਦਿੱਤੇ ਨੇ? ਸ਼ਿਸ਼ੂ ਸਿੱਖਿਆ ਦੇ ਮਹੱਤਵ ਨੂੰ ਸਮਝਣਾ, ਸ਼ਿਸ਼ੂਆਂ ਨੂੰ ਆਜ਼ਾਦੀ ਭਾਵ ਸੁਤੰਤਰਤਾ ਨਾਲ ਪੜ੍ਹਾਇਆ ਜਾਂ ਸਿਖਾਇਆ ਜਾਣਾ ਚਾਹੀਦਾ ਹੈ। ਸ਼ਿਸ਼ੂਆਂ ਨੂੰ ਸਿਖਾਉਣ ਵਿੱਚ ਸਮਾਜਿਕਤਾ ਦਾ ਅਰਥ ਸਾਰਥਕ ਹੋਣਾ ਚਾਹੀਦਾ ਹੈ। ਬੱਚਾ ਕੇਂਦਰਿਤ ਜਾਂ ਬੱਚੇ ਖੁਦ ਹੱਥੀਂ ਕਰਕੇ ਸਿੱਖਣ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਇਹਦੇ ਲਾਭ ਕੀ ਨੇ? ਸਿੱਖਿਆ ਪ੍ਰਣਾਲੀ ਵਿੱਚ ਦਾਰਸ਼ਨਿਕ ਤੇ ਵਿਗਿਆਨਿਕ ਸਿਧਾਂਤਾਂ ਦਾ ਪਾਲਣ ਕਰਨਾ, ਬਾਲ ਕੇਂਦਰਿਤ ਸਿੱਖਿਆ ਤੇ ਜ਼ੋਰ ਦੇਣਾ, ਬੱਚਿਆਂ ਨੂੰ ਸਖਤ ਅਨੁਸ਼ਾਸਨ ਦੀ ਬਜਾਏ ਸੁਤੰਤਰਤਾ ਤੇ ਜ਼ੋਰ ਦੇਣਾ, ਬੱਚਿਆਂ ਨੂੰ ਖੇਡ ਵਿੱਚ ਸਿਖਾਉਣ ਤੇ ਜ਼ੋਰ ਦੇਣਾ, ਸਿੱਖਿਆ ਦੇਣ ਲਈ ਔਰਤ ਅਧਿਆਪਕਾਂ ਦੀ ਨਿਯੁਕਤੀ ਤੇ ਜ਼ੋਰ ਦੇਣਾ, ਸਮਾਜਿਕ ਭਾਵਨਾਵਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ, ਬੱਚਿਆਂ ਨੂੰ ਵਿਵਹਾਰਿਕ ਤੌਰ ਤੇ ਕੁਸ਼ਲ ਬਣਾਉਣ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਫਿਰ ਮੌਂਟੇਸਰੀ ਸਿੱਖਿਆ ਪ੍ਰਣਾਲੀ। ਇਸ ਸਿੱਖਿਆ ਪ੍ਰਣਾਲੀ ਦੀ ਮੁੱਖ ਸੰਸਥਾਪਕ ਮਾਰੀਆ ਮੌਂਟੇਸਰੀ ਹੈ। ਇਹਨਾਂ ਨੇ ਘੱਟ ਬੁੱਧੀ ਵਾਲੇ ਬੱਚਿਆਂ ਦੀ ਸਿੱਖਿਆ ਲਈ ਕੁਝ ਖੇਡ ਆਦਿ ਦੀਆਂ ਚੀਜ਼ਾਂ ਤਿਆਰ ਕਰਵਾਈਆਂ। ਇਹਨਾਂ ਦੇ ਵਿਚਾਰ ਅਨੁਸਾਰ ਵਸਤੂਆਂ ਦੁਆਰਾ ਸਧਾਰਨ ਬੁੱਧੀ ਬੱਚੇ ਖੁਦ ਸਿੱਖਣ ਲਈ ਯੋਗ ਹੁੰਦੇ ਨੇ। ਇਹ ਵਿਧੀ 7 ਸਾਲ ਦੇ ਬੱਚਿਆਂ ਲਈ ਉਪਯੋਗੀ ਆ। ਇਹਦੇ ਵਿੱਚ ਵਿਕਾਸ ਦਾ ਸਿਧਾਂਤ, ਵਿਅਕਤੀਗਤ ਸਿਧਾਂਤ, ਗਿਆਨ ਇੰਦਰੀਆਂ ਦੀ ਸਿੱਖਿਆ, ਦੈਨਿਕ ਜੀਵਨ ਵਿੱਚ ਮੁਹਾਰਤ, ਆਤਮ ਸਿੱਖਿਆ ਦਾ ਸਿਧਾਂਤ ਜਿਹੜੇ ਨੇ ਮੰਨੇ ਗਏ ਨੇ। ਇਹਦੇ ਗੁਣ ਕੀ ਨੇ? ਗਿਆਨ ਇੰਦਰੀਆਂ ਦੇ ਪ੍ਰੀਖਣ ਤੇ ਜ਼ੋਰ ਦਿੱਤਾ ਗਿਆ। ਇਸ ਦੇ ਵਿੱਚ ਵਿਅਕਤੀਗਤ ਵਿਕਾਸ ਤੇ ਜ਼ੋਰ ਦਿੱਤਾ ਗਿਆ। ਸਿੱਖਿਆ ਖੇਡ ਵਿਧੀ ਦੁਆਰਾ ਤੇ ਜ਼ੋਰ ਦਿੱਤਾ ਗਿਆ। ਬੱਚਿਆਂ ਦੀ ਸੁਤੰਤਰਤਾ ਦੇ ਪੱਖ ਵਿੱਚ ਸਰੀਰਕ ਸਿੱਖਿਆ ਤੇ ਜ਼ੋਰ, ਅਨੁਸ਼ਾਸਨ ਦੀ ਗੈਰ ਹਾਜ਼ਰੀ। ਇਹਦੇ ਔਗਣ ਕੀ ਨੇ? ਇਹ ਅਪ੍ਰਕਿਰਤਿਕ ਆ, ਸਾਰੀ ਕਿਤੇ ਲਾਗੂ ਨਹੀਂ ਹੋ ਸਕਦੀ। ਇਹ ਸਿਰਫ ਕਲਪਨਾ ਦਾ ਵਿਸ਼ਾ ਹੈ। ਬੱਚਿਆਂ ਨੂੰ ਆਪ ਪ੍ਰਗਟਾਵੇ ਦੇ ਘੱਟ ਮੌਕੇ ਦਿੱਤੇ ਜਾਂਦੇ ਨੇ। ਕਲਪਨਾ ਸ਼ਕਤੀ ਦਾ ਵਿਕਾਸ ਨਹੀਂ ਹੁੰਦਾ। ਗਿਆਨ ਇੰਦਰੀਆਂ ਦੀਆਂ ਵੱਖਰੀ ਸਿੱਖਿਆ ਹੈ। ਇਹ ਪ੍ਰਣਾਲੀ ਸਿੱਖਣ ਦੀ ਲਈ ਮਨੋਵਿਗਿਆਨਕ ਹੈ। ਸਮਾਜਿਕ ਭਾਵਨਾ ਦੀ ਕਮੀ ਹੈ। ਅੱਗੇ ਪ੍ਰੋਜੈਕਟ ਪ੍ਰਣਾਲੀ ਹੈ। ਇਹ ਪ੍ਰਣਾਲੀ ਹੈ ਜਿਹੜੀ ਅਮਰੀਕਨ ਸਿੱਖਿਆ ਸ਼ਾਸਤਰੀ ਜੌਨ ਡੀਵੀ ਦੇ ਸਿਧਾਂਤਾਂ ਦੇ ਆਧਾਰਿਤ ਆਧੁਨਿਕ ਪ੍ਰਣਾਲੀ ਹੈ। ਕਿਲਪੈਟਰਿਕ ਇਸ ਪ੍ਰਣਾਲੀ ਦੇ ਜਨਮਦਾਤਾ ਨੇ। ਪ੍ਰੋਜੈਕਟ ਸ਼ਬਦ ਦੀ ਵਰਤੋਂ ਪਹਿਲਾਂ ਖੇਤੀ ਸਿੱਖਿਆ ਵਿੱਚ ਕੀਤੀ ਜਾਂਦੀ ਸੀ। ਜੌਨ ਡੀਵੀ ਨੇ ਇਸ ਨੂੰ ਸਿੱਖਿਆ ਜੀਵਨ ਕਿਰਿਆਵਾਂ ਦੇ ਮਾਧਿਅਮ ਦੁਆਰਾ ਇਹ ਹੋਣੀ ਚਾਹੀਦੀ ਹੈ। ਜੌਨ ਡੀਵੀ ਇਸ ਨੂੰ ਸਿੱਖਿਆ ਵਿੱਚ ਇਸ ਤਰ੍ਹਾਂ ਜਿਹੜਾ ਉਹ
ਐਕਸਪਲੇਨ ਕਰਦੇ ਨੇ। ਜਿਵੇਂ ਜੀਵਨ ਵਿੱਚ ਹਰ ਰੋਜ਼ ਅਨੇਕਾਂ ਤਰ੍ਹਾਂ ਦੇ ਅਨੁਭਵ ਹੁੰਦੇ ਨੇ, ਇਹਨਾਂ ਦੀ ਵਰਤੋਂ ਸਿੱਖਿਆ ਪ੍ਰਾਪਤ ਕਰਨ ਵਿੱਚ ਹੋਣੀ ਚਾਹੀਦੀ ਹੈ। ਇਹ ਵਿਧੀ ਅਨੁਸਾਰ ਸਿੱਖਿਆ ਦੇ ਸਮਾਜ ਦੇ ਜੀਵਨ ਦੀ ਸਿੱਖਿਆ ਵਿੱਚ ਕਾਫੀ ਅੰਤਰ ਹੈ, ਪਰ ਜੀਵਨ ਦੀਆਂ ਕਿਰਿਆਵਾਂ ਦਾ ਸਹਾਰਾ ਲੈ ਕੇ ਇਸ ਅੰਤਰ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਵੇਂ ਡਾਕਟਰੀ ਸਿੱਖਿਆ ਬਿਨਾਂ ਅਭਿਆਸ ਦੇ ਅਧੂਰੀ ਹੈ, ਉਸੇ ਤਰ੍ਹਾਂ ਜੀਵਨ ਦੀ ਸਿੱਖਿਆ ਜੀਵਨ ਕਿਰਿਆਵਾਂ ਨਾਲ ਹੀ ਪੂਰੀ ਹੋ ਸਕਦੀ ਹੈ। ਪ੍ਰੋਜੈਕਟ ਪ੍ਰਣਾਲੀ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਨੇ। ਕਿਲਪੈਟਰਿਕ ਦੀ ਪਰਿਭਾਸ਼ਾ ਦੇਖਦੇ ਹਾਂ ਅਸੀਂ, ਕਿਉਂਕਿ ਕਿਲਪੈਟਰਿਕ ਆ ਜਿਹੜਾ ਇਸ ਵਿਧੀ ਦਾ ਜਨਮਦਾਤਾ ਹੈ। ਪ੍ਰੋਜੈਕਟ ਇੱਕ ਮਾਨਸਿਕ ਅਨੁਕੂਲ ਕਿਰਿਆ ਹੈ ਜੋ ਸਮਾਜਿਕ ਵਾਤਾਵਰਣ ਵਿੱਚ ਉਪਜਦੀ ਹੈ। ਇਸ ਤੋਂ ਬਾਅਦ ਜਿਹੜੀ ਆ ਪ੍ਰੋਜੈਕਟ ਪ੍ਰਣਾਲੀ ਦੀਆਂ ਕਿਸਮਾਂ, ਦੋ ਤਰ੍ਹਾਂ ਦਾ ਪ੍ਰੋਜੈਕਟ ਹੁੰਦੇ ਨੇ, ਇੰਡੀਵਿਜੂਅਲ ਬੇਸ ਤੇ ਸਬਜੈਕਟ ਬੇਸ। ਜਿਹੜੇ ਸਬਜੈਕਟ ਬੇਸ ਹੁੰਦੇ ਨੇ ਉਹਨਾਂ ਨੂੰ ਅੱਗੇ ਕੈਟਾਗਰਾਈਜ਼ ਕੀਤਾ ਗਿਆ ਹੈ। ਉਹਦੇ ਵਿੱਚ ਵਿਸ਼ਾ ਆਧਾਰ 'ਤੇ ਹੁੰਦੇ ਨੇ ਜਿਹੜੇ, ਉਹਦੇ ਵਿੱਚ ਪ੍ਰੋਡਿਊਸਰ ਪ੍ਰੋਜੈਕਟ, ਕੰਜ਼ਿਊਮਰ ਪ੍ਰੋਜੈਕਟ, ਡਰਿਲ ਪ੍ਰੋਜੈਕਟ ਤੇ ਜਿਹੜਾ ਪ੍ਰੋਬਲਮੈਟਿਕ ਪ੍ਰੋਜੈਕਟ ਆ ਉਹ ਆਉਂਦੇ ਨੇ। ਤਾਂ ਇਹਦੇ ਅੱਗੇ ਉਦਾਹਰਨਾਂ ਦਿੱਤੀਆਂ ਹੋਈਆਂ ਨੇ। ਪ੍ਰੋਜੈਕਟ ਪ੍ਰਣਾਲੀ ਦੇ ਪੜਾਅ ਕਰਾਂਗੇ ਅਸੀਂ, ਧਿਆਨ ਨਾਲ ਦੇਖ ਸਕਦੇ ਹੋ ਤੁਸੀਂ। ਪ੍ਰੋਜੈਕਟ ਵਿਧੀ ਦੇ ਵਿੱਚ ਪ੍ਰਸਥਿਤੀ ਪ੍ਰਦਾਨ ਕਰਨਾ, ਚੋਣ ਕਰਨਾ, ਯੋਜਨਾ ਬਣਾਉਣੀ, ਕਾਰਜ ਦੀ ਪਾਲਣਾ, ਮੁਲਾਂਕਣ, ਫਿਰ ਪ੍ਰੋਜੈਕਟ। ਤਾਂ ਇਸ ਤਰ੍ਹਾਂ ਨਾਲ ਇਹਦੇ ਪੜਾਅ ਨੇ। ਇਹਦੇ ਲੱਛਣ ਲਾਭਦਾਇਕ, ਵੱਧ ਤੋਂ ਵੱਧ ਕਿਰਿਆ ਨੂੰ ਮੌਕੇ ਦੇਣੇ, ਸਮੇਂ ਤੇ ਸ਼ਕਤੀ ਦੀ ਬਚਤ, ਸਮਾਜਿਕ ਕਾਰ ਚਿੱਤਰ ਨਿਰਮਾਣ ਤੇ ਆਪਸੀ ਸਹਿਯੋਗ ਦੀ ਭਾਵਨਾ ਦਾ ਵਧਣਾ, ਵਿਦਿਆਰਥੀ ਦਾ ਜੀਵ ਕੇਂਦਰਿਤ ਗਿਆਨ ਪੂਰਨ ਹੋਣਾ। ਅਧਿਆਪਕ ਦੇ ਕੀ ਫਰਜ਼ ਨੇ? ਵਿਦਿਆਰਥੀਆਂ ਦੀ ਰੁਚੀ ਨੂੰ ਸਮਝ ਕੇ ਪ੍ਰੋਜੈਕਟ ਦੇਵੇ, ਅਗਵਾਈ ਦੇ ਨਿਯਮ ਦੱਸ ਕੇ ਉਹਨਾਂ ਦੇ ਅਨੁਸਾਰ ਚੱਲੇ, ਖੁਦ ਵੀ ਉਸ ਪ੍ਰੋਜੈਕਟ ਦਾ ਮੈਂਬਰ ਬਣ ਕੇ ਚੱਲੇ। ਅਧਿਆਪਕ ਦਾ ਸੁਭਾਅ ਸ਼ਾਂਤਮਈ ਹੋਵੇ, ਬੱਚਿਆਂ ਦੇ ਕੀਤੇ ਹੋਏ ਕੰਮ ਨੂੰ ਨਿਰੀਖਣ ਕਰਨ ਜੋਗਾ ਹੋਵੇ, ਉਹ ਆਪਣੇ ਵਿਸ਼ੇ ਵਿੱਚ ਮਾਹਰ ਹੋਵੇ, ਕਾਰਜ ਸੰਬੰਧਿਤ ਗੁਣਾਂ ਤੇ ਔਗੁਣਾਂ ਦਾ ਵਿਖਿਆਨ ਕਰ ਸਕੇ। ਇਹਦੇ ਗੁਣ ਨੇ ਛੇਤੀ ਗਿਆਨ ਪ੍ਰਾਪਤ ਕਰ ਲੈਂਦੇ ਨੇ ਬੱਚੇ, ਕਰੋ ਤੇ ਸਿੱਖੋ ਵਿਧੀ ਤੇ ਆਧਾਰਿਤ ਆ ਇਹ ਠੋਸ ਗਿਆਨ ਪ੍ਰਦਾਨ ਕਰਦੀ ਆ, ਆਤਮ ਨਿਰਭਰ ਮਿਹਨਤ, ਸਹਿਯੋਗ, ਸਮੱਸਿਆ ਦਾ ਹੱਲ ਲੱਭਣ ਲਈ ਬੁੱਧੀ ਦਾ ਵਿਕਾਸ ਇਸੇ ਵਿਧੀ ਦੁਆਰਾ ਹੁੰਦਾ ਹੈ। ਇਸ ਨਾਲ ਵਿਦਿਆਰਥੀ ਜੀਵਨ ਵਿੱਚ ਮੌਜੂਦ ਹਰ ਪ੍ਰਕਾਰ ਦੀਆਂ ਪ੍ਰਸਥਿਤੀਆਂ ਵਿੱਚ ਸਮਾਯੋਜਨ ਹੋ ਜਾਂਦਾ ਹੈ। ਇਸ ਦੇ ਔਗਣ ਵੀ ਦਿੱਤੇ ਹੋਏ ਨੇ। ਗਿਆਨ ਆ ਜਿਹੜਾ ਕਰਮਬੱਧ ਨਹੀਂ ਹੁੰਦਾ, ਸਾਰੇ ਵਿਸ਼ੇ ਇਸ ਨਾਲ ਨਹੀਂ ਪੜ੍ਹਾਏ ਜਾਂਦੇ, ਇਹ ਬਹੁਤ ਮਹਿੰਗੀ ਆ। ਕਾਰਜ ਪ੍ਰਕਿਰਿਆ 'ਤੇ ਜ਼ੋਰ ਦਿੱਤਾ ਜਾਂਦਾ ਹੈ। ਸਿੱਖਿਆ ਪ੍ਰਣਾਲੀ ਵਿੱਚ ਇਸ ਵਿਧੀ ਦਾ ਸਥਾਨ ਆ ਜਿਹੜਾ ਉਹ ਬਹੁਤ ਘੱਟ ਆ। ਫਿਰ ਸਮੱਸਿਆ ਹੱਲ ਵਿਧੀ ਆ। ਸਿੱਖਿਆ ਪ੍ਰਣਾਲੀ ਵਿੱਚ ਵਿਦਿਆਰਥੀ, ਸਮਾਜ, ਮਾਪੇ, ਅਧਿਆਪਕ ਅਹਿਮ ਰੋਲ ਅਦਾ ਕਰਦੇ ਨੇ। ਵਿਦਿਆਰਥੀ ਜਦੋਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਪੈਂਦਾ, ਉਸ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਮੁਸ਼ਕਲਾਂ ਦਾ, ਸਮੱਸਿਆਵਾਂ ਦਾ ਹੱਲ ਕਰਨ ਲਈ ਸਮੱਸਿਆ ਹੱਲ ਵਿਧੀ ਪ੍ਰਚਲਿਤ ਆ, ਜਿਸ ਵਿੱਚ ਉਹ ਕਿਤਾਬਾਂ, ਮਾਪਿਆਂ, ਅਧਿਆਪਕਾਂ, ਸਾਥੀਆਂ ਦੀ ਮਦਦ ਲੈ ਸਕਦਾ ਹੈ। ਇਸ ਵਿੱਚ ਪੜਾਅ ਦਿੱਤੇ ਹੋਏ ਨੇ ਇਹਦੇ ਅੱਗੇ। ਸਮੱਸਿਆ ਦਾ ਗਿਆਨ, ਪਰਿਭਾਸ਼ਾ, ਸਮੱਗਰੀ ਇਕੱਠੀ ਕਰਨੀ, ਸਮੱਗਰੀ ਦਾ ਸੰਗਠਨ ਕਰਨਾ, ਅਸਥਾਈ ਹੱਲ ਕਰਨਾ, ਹੱਲ ਦੀ ਪ੍ਰਾਪਤੀ ਕਰਨਾ, ਨਤੀਜਿਆਂ ਦੀ ਜਾਂਚ ਕਰਨਾ। ਅੱਗੇ ਹੈਗੀ ਡਾਲਟਨ ਪ੍ਰਣਾਲੀ। ਇਹਦੀ ਮੋਢੀ ਕੁਮਾਰੀ ਹੈਲਨ ਪਾਰਕਸਟ ਸੀ, ਜਿਸ ਨੇ 1920 ਵਿੱਚ ਇਸ ਪ੍ਰਣਾਲੀ ਨੂੰ ਖੋਜਿਆ। ਇਸ ਦਾ ਨਾਮ ਡਾਲਟਨ ਇਸ ਕਰਕੇ ਪਿਆ ਕਿਉਂਕਿ ਅਮਰੀਕਾ ਦੇ ਡਾਲਟਨ ਨਗਰ ਦੇ ਸਕੂਲ ਵਿੱਚ ਕੁਮਾਰੀ ਹੈਲਨ ਨੇ ਜੋ ਉਹਨਾਂ ਬੱਚਿਆਂ ਦੇ ਇੰਚਾਰਜ ਸੀ ਜਿਹੜੇ ਉਮਰ ਤੇ ਯੋਗਤਾ ਵਿੱਚ ਭਿੰਨ ਸਨ, ਉਸਨੇ ਇਸ ਵਾਤਾਵਰਨ ਵਿੱਚ ਰਚਨਾ ਕੀਤੀ। ਉਸ ਨੂੰ ਡਾਲਟਨ ਪ੍ਰਣਾਲੀ ਕਿਹਾ ਜਾਂਦਾ ਹੈ। ਇਹ ਸਿਧਾਂਤ ਮੌਂਟੇਸਰੀ ਪ੍ਰਣਾਲੀ ਨਾਲ ਮਿਲਦਾ ਜੁਲਦਾ ਹੀ ਹੈ। ਤਾਂ ਇਹਨੂੰ ਤੁਸੀਂ ਦੇਖ ਸਕਦੇ ਹੋ, ਇਸ ਦੀਆਂ ਵਿਸ਼ੇਸ਼ਤਾਵਾਂ। ਇਸ ਦੇ ਗੁਣ, ਇਸ ਦੇ ਦੋਸ਼। ਅੱਗੇ ਹੈਗੀ ਆ ਆਗਮਨ ਪ੍ਰਣਾਲੀ। ਇਹਦੇ ਵਿੱਚ ਪਾਰਟੀਕੂਲਰ ਟੂ ਜਨਰਲ, ਖਾਸ ਤੋਂ ਆਮ ਬਲਦੀ ਹੈ। ਇਹਦੇ ਵਿੱਚ ਪਹਿਲਾਂ ਵਿਦਿਆਰਥੀਆਂ ਨੂੰ ਸੰਬੰਧਿਤ ਵਿਸ਼ੇ ਦੀਆਂ ਖਾਸ ਉਦਾਹਰਨਾਂ ਸਮਝਾਈਆਂ ਜਾਂਦੀਆਂ ਨੇ, ਬਾਅਦ ਵਿੱਚ ਸਧਾਰਨੀਕਰਨ ਕਰਕੇ ਵਿਸ਼ਾ ਸਿਖਾਇਆ ਜਾਂਦਾ ਹੈ।
ਇਹ ਖੋਜਾਤਮਕ ਵਿਧੀ ਆ ਜਿਸ ਵਿੱਚ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ। ਭਾਵੇਂ ਇਸ ਵਿਧੀ ਦੀ ਗਤੀ ਹੌਲੀ ਆ ਪਰ ਇਸ ਦੁਆਰਾ ਕੀਤਾ ਗਿਆਨ ਠੋਸ ਤੇ ਪੱਕਾ ਹੁੰਦਾ। ਇਹ ਵਿਧੀ ਕੀ ਆ? ਸੁਰੱਖਿਅਤ ਆ। ਇਹਦੇ ਗੁਣ ਵਿਦਿਆਰਥੀ ਖੁਦ ਉੱਤਮ ਰੋਲ ਨਿਭਾਉਂਦੇ ਨੇ। ਗਿਆਨ ਦਾ ਖੋਜਣਾ ਤੇ ਪ੍ਰਾਪਤ ਕਰਨਾ ਇਸ ਦੇ ਮੁੱਖ ਕਾਰਜ ਨੇ। ਮਾਨਸਿਕ ਵਿਕਾਸ ਹੁੰਦਾ ਏ। ਰੁਚੀਆਂ ਨੂੰ ਬਲ ਜਾਂ ਸ਼ਕਤੀ ਮਿਲਦੀ ਆ। ਸਿੱਖਣਾ ਕੁਦਰਤੀ ਤੇ ਸਰਲ ਹੁੰਦਾ ਏ। ਉੱਤਮ ਕਾਰਜ ਕਰਨ ਦੇ ਗੁਣ ਨੇ ਜਿਹੜੇ ਵਿਕਸਿਤ ਹੁੰਦੇ ਨੇ ਬੱਚਿਆਂ ਦੇ ਵਿੱਚ। ਇਹਦੇ ਔਗਣ ਨੇ ਅੱਗੇ। ਇਸ ਤੋਂ ਬਾਅਦ ਹੈਗੀ ਨਿਗਮਨ ਪ੍ਰਣਾਲੀ। ਇਹ ਜਨਰਲ ਟੂ ਸਪੈਸੀਫਿਕ ਵੱਲ ਨੂੰ ਜਾਂਦੀ ਆ। ਇਸ ਦੇ ਵਿੱਚ ਪਹਿਲਾਂ ਸੰਬੰਧਿਤ ਵਿਸ਼ੇ ਦੀ ਸਧਾਰਨ ਵਿਆਖਿਆ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਬੰਧਿਤ ਖਾਸ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਵਿਧੀ ਤੇਜ਼ ਗਤੀ ਨਾਲ ਚੱਲਦੀ ਆ ਪਰ ਇਹ ਸੁਰੱਖਿਅਤ ਵਿਧੀ ਨਹੀਂ ਹੈਗੀ ਕਿਉਂਕਿ ਹੋ ਸਕਦਾ ਸਧਾਰਨ ਨਿਯਮਾਂ ਦੀ ਕੀਤੀ ਗਈ ਵਿਆਖਿਆ ਵਿਦਿਆਰਥੀ ਦੇ ਸਮਝ ਆਵੇ ਜਾਂ ਨਾ ਆਵੇ, ਇਸ ਲਈ ਇਹ ਮਨੋਵਿਗਿਆਨਕ ਵਿਧੀ ਨਹੀਂ ਆ। ਇਸ ਦੇ ਗੁਣ, ਇਹਦੇ ਨਾਲ ਕੰਮ ਛੇਤੀ ਪੂਰਾ ਹੋ ਜਾਂਦਾ ਏ। ਵੱਡੀਆਂ ਜਮਾਤਾਂ ਲਈ ਲਾਭਕਾਰੀ ਆ। ਸਮਾਂ ਤੇ ਸ਼ਕਤੀ ਘੱਟ ਲੱਗਦੇ ਨੇ। ਸਾਰੇ ਪਾਠਾਂ ਵਿੱਚ ਆਸਾਨੀ ਨਾਲ ਲਾਗੂ ਕੀਤੀ ਜਾ ਸਕਦੀ ਆ। ਅਧਿਆਪਕਾਂ ਦਾ ਕੰਮ ਸੌਖਾ ਹੋ ਜਾਂਦਾ ਹੈ। ਇਸ ਦੇ ਔਗਣ ਇਸ ਵਿਧੀ ਦੁਆਰਾ ਜਿਹੜਾ ਪ੍ਰਾਪਤ ਗਿਆਨ ਆ ਛੇਤੀ ਭੁੱਲ ਜਾਂਦਾ ਏ। ਸੂਚਨਾ ਬਹੁਤ ਘੱਟ ਮਾਤਰਾ 'ਚ ਮਿਲਦੀ ਆ। ਅਕਾਊ ਵਿਧੀ ਆ, ਨਵਾਂ ਗਿਆਨ ਨਹੀਂ ਦੇ ਸਕਦੀ। ਤਾਂ ਇਸ ਤਰ੍ਹਾਂ ਨਾਲ ਅਸੀਂ ਇਹ ਵਿਧੀਆਂ ਕੀਤੀਆਂ ਨੇ ਜਿਹੜੀ ਮੁਲਾਂਕਣ ਪ੍ਰਕਿਰਿਆ ਨੂੰ ਅੱਗੇ ਵਧਾਉਂਦੀਆਂ ਨੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।